ਗੰਗਾ ਦੇ ਕੰਢੇ ਜਦੋਂ ਗੁਰੂ ਨਾਨਕ ਸਾਹਿਬ ਨੇ ਕਰਮਕਾਂਡੀ ਪੰਡਤਾਂ ਨੂੰ ਇਲਾਹੀ ਸੁਨੇਹਾ ਦਿੱਤਾ ਸੀ ਤਾਂ ਉਸ ਵੇਲੇ ਕਿਹਾ ਜਾਂਦਾ ਹੈ ਕਿ ਇੱਕ ਗ੍ਰੀਸ ਦਾ ਵਿਅਕਤੀ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਤੋਂ ਕਾਫੀ ਪ੍ਰਭਾਵਿਤ ਹੋਇਆ ਸੀ, ਜੋ ਕਿ ਮਾਰਟਿਨ ਲੂਥਰ ਦਾ ਹੀ ਚੇਲਾ ਸੀ। ਉਸ ਨੇ ਗੁਰੂ ਨਾਨਕ ਸਾਹਿਬ ਦੇ ਅੱਗੇ ਅਰਜ਼ੋਈ ਕੀਤੀ ਕਿ ਉਹ ਯੂਰਪ ਗ੍ਰੀਸ ਦੇ ਵਿੱਚ ਉਹਨਾਂ ਨੂੰ ਆ ਕੇ ਦਰਸ਼ਨ ਦੇਣ, ਅਤੇ ਇਹ ਗੱਲ 1503 ਦੀ ਹੈ। ਤੇ ਗੁਰੂ ਨਾਨਕ ਸਾਹਿਬ ਜਦੋਂ ਬਗਦਾਦ ਮੱਕੇ ਮਦੀਨੇ ਗਏ ਤਾਂ ਉੱਥੇ ਉਹਨਾਂ ਦੀ ਭੇਟ ਮਾਰਟਿਨ ਲੂਥਰ ਦੇ ਨਾਲ ਵੀ ਹੋਈ, ਜੋ ਕਿ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਤੋਂ ਕਾਫੀ ਪ੍ਰਭਾਵਿਤ ਹੋਇਆ। ਹੁਣ ਇਹ ਇਤਿਹਾਸ ਸ਼ਾਇਦ ਬਹੁਤੇ ਲੋਕਾਂ ਦੇ ਗਲੇ ਤੋਂ ਥੱਲੇ ਨਹੀਂ ਉਤਰ ਰਿਹਾ ਹੋਵੇਗਾ ਤੇ ਇੱਕ ਝੂਠ ਕਹਿ ਕੇ ਇਸ ਇਤਿਹਾਸ ਨੂੰ ਨਕਾਰਿਆ ਜਾ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਬਗਦਾਦ ਤੋਂ ਹੀ ਵਾਪਿਸ ਆ ਗਏ ਸਨ ਤੇ ਉਹ ਕਦੀ ਯੂਰਪ ਦੀ ਧਰਤੀ ਦੇ ਉੱਤੇ ਗਏ ਹੀ ਨਹੀਂ ਸਨ। ਉਹ ਅਜਿਹਾ ਕਿਉਂ ਸੋਚ ਰਹੇ ਨੇ ਇਹ ਤਾਂ ਉਹਨਾਂ ਨੂੰ ਹੀ ਪਤਾ ਹੈ, ਪਰ ਗੈਰ ਸਿੱਖ ਇਤਿਹਾਸ ਦੀਆਂ ਅਜਿਹੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਜਿਸ ਦੇ ਵਿੱਚ ਇਹ ਸਾਫ਼-ਸਾਫ਼ ਹਵਾਲੇ ਮਿਲਦੇ ਨੇ ਕਿ ਗੁਰੂ ਨਾਨਕ ਸਾਹਿਬ ਯੂਰਪ ਦੇ ਵਿੱਚ ਇਟਲੀ, ਸਪੇਨ, ਗ੍ਰੀਸ ਵਿਖੇ ਕਾਫੀ ਦਿਨ ਰਹੇ ਤੇ ਸੰਗਤਾਂ ਨੂੰ ਉਪਦੇਸ਼ ਦਿੱਤੇ। ਹੋਰ ਤਾਂ ਹੋਰ ਭੱਟਾਂ ਦੇ ਸਵਈਆਂ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਆਉਂਦਾ ਹੈ, ਪਰ ਗੁਰਬਾਣੀ ਦੇ ਪ੍ਰਤੀ ਇਗਨੋਰੈਂਸ ਅਤੇ ਡੂੰਗੀ ਖੋਜ ਨਾ ਹੋਣ ਕਰਕੇ ਅੱਜ ਤੱਕ ਉਹਨਾਂ ਸਵਈਆਂ ਦਾ ਅਸਲ ਮਤਲਬ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ। ਪਰ ਅੱਜ ਅਸੀਂ ਫਰਾਂਸ ਦੇ ਲਿਖਾਰੀ ਹਿਊਜ਼ ਥਾਮਸ ਦੀ ਲਿਖੀ ਗਈ ਕਿਤਾਬ ਦ ਸਟੋਰੀ ਆਫ ਐਟਲਾਂਟਿਕ ਸਲੇਵ ਟ੍ਰੇਡ ਦਾ ਹਵਾਲਾ ਦੇਣ ਜਾ ਰਹੇ ਹਾਂ, ਜੋ ਕਿ ਯੂਰਪ ਦੇ ਵਿੱਚ ਹੁੰਦੇ ਇਨਸਾਨਾਂ ਦੇ ਵਪਾਰ ਦੀ ਕਹਾਣੀ ਬਿਆਨ ਕਰਦੀ ਹੈ। ਜਿਸ ਕਿਤਾਬ ਦੇ ਮੁਤਾਬਿਕ 1520 ਦੇ ਵਿੱਚ ਗੁਰੂ ਨਾਨਕ ਸਾਹਿਬ ਸਪੇਨ ਆਏ ਸਨ ਤੇ ਸੈਵਿਲੀ ਲਿਸਬਨ ਦੇ ਵਿੱਚ ਕਾਫੀ ਦਿਨ ਰੁਕੇ ਸਨ। ਉਨੀ ਦਿਨੀ ਸੈਵਿਲੀ ਗੁਲਾਮਾਂ ਦਾ ਗੜ ਹੁੰਦਾ ਸੀ ਤੇ ਇੱਥੇ ਹੀ ਵੱਡੀਆਂ ਗੁਲਾਮਾਂ ਦੀਆਂ ਮੰਡੀਆਂ ਲੱਗਿਆ ਕਰਦੀਆਂ ਸਨ। ਸੈਵਿਲੀ ਸਪੇਨ ਨੂੰ ਹੀ ਕਿਹਾ ਜਾਂਦਾ ਹੈ। ਉਸ ਸਮੇਂ ਚਾਰਲਸ V ਰੋਮਨ ਅੰਪਾਇਰ, ਇਟਲੀ, ਗ੍ਰੀਸ, ਸਪੇਨ ਅਤੇ ਪੁਰਤਗਾਲ ਦਾ ਰਾਜਾ ਸੀ ਤੇ ਉਸਨੇ ਆਪਣੇ ਦੋਸਤ ਗੌਰਵੁਡ ਨੂੰ 1519 ਦੇ ਵਿੱਚ ਗੁਲਾਮਾਂ ਦਾ ਵਪਾਰ ਕਰਨ ਦਾ ਲਾਇਸੈਂਸ ਦਿੱਤਾ ਸੀ। 1520 ਦੇ ਵਿੱਚ ਗੁਰੂ ਨਾਨਕ ਸਾਹਿਬ ਤੇ ਉਹਨਾਂ ਦੇ ਇੱਕ ਸਾਥੀ ਨੂੰ ਭਾਰਤੀ ਗੁਲਾਮਾਂ ਦੇ ਨਾਲ ਹੀ ਫੜ ਕੇ ਸਪੇਨ ਦੇ ਵਿੱਚ ਲਿਆਂਦਾ ਗਿਆ ਸੀ ਅਤੇ ਬਾਕੀ ਗੁਲਾਮਾਂ ਦੇ ਨਾਲ ਸੈਵਿਲੀ ਸਪੇਨ ਕਿਲੇ ਦੇ ਵਿੱਚ ਰੱਖਿਆ ਗਿਆ ਸੀ। ਵੱਖੋ-ਵੱਖ ਕਮਰਿਆਂ ਦੇ ਵਿੱਚ ਗੁਲਾਮਾਂ ਨੂੰ ਕੈਦ ਕੀਤਾ ਗਿਆ। ਗੁਰੂ ਨਾਨਕ ਸਾਹਿਬ ਦੇ ਹੱਥ ਰੱਸੀ ਦੇ ਨਾਲ ਬੰਨੇ ਗਏ ਸੀ ਤੇ ਮੂੰਹ ਦੇ ਉੱਤੇ ਕੱਪੜਾ ਵੀ ਦਿੱਤਾ ਗਿਆ ਸੀ ਤੇ ਅਜਿਹਾ ਹੀ ਗੁਰੂ ਨਾਨਕ ਸਾਹਿਬ ਦੇ ਸਾਥੀ ਮਰਦਾਨਾ ਦੇ ਨਾਲ ਵੀ ਕੀਤਾ ਗਿਆ ਸੀ। ਕਮਰੇ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਨਿਕਲ ਕੇ ਦੂਸਰੇ ਕਮਰਿਆਂ ਦੇ ਵਿੱਚ ਗਏ ਤਾਂ ਜੋ ਬਾਕੀ ਲੋਕਾਂ ਦੀ ਮਦਦ ਕੀਤੀ ਜਾ ਸਕੇ। ਇੱਕ ਕਮਰੇ ਦੇ ਕੋਲੋਂ ਲੰਘਦਿਆਂ ਇੱਕ ਗੁਲਾਮ ਔਰਤ ਅੱਗੇ ਆਈ ਤੇ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਉਹ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੀ ਕਿ ਤੁਸੀਂ ਰੱਬੀ ਰੂਪ ਲੱਗਦੇ ਹੋ, ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦੀ ਹਾਂ। ਉਸ ਕਿਤਾਬ ਦੇ ਵਿੱਚ ਅੱਗੇ ਹਵਾਲਾ ਦਿੱਤਾ ਗਿਆ ਸੀ ਕਿ ਗੁਰੂ ਨਾਨਕ ਸਾਹਿਬ ਨੇ ਉਸ ਔਰਤ ਨੂੰ ਉਹਨਾਂ ਦੇ ਹੱਥਾਂ ਦੇ ਉੱਤੇ ਬੰਨੀ ਗਈ ਰੱਸੀ ਖੋਲਣ ਦੀ ਸੇਵਾ ਲਾਈ ਤਾਂ ਜੋ ਗੁਰੂ ਨਾਨਕ ਸਾਹਿਬ ਹੋਰਨਾਂ ਲੋਕਾਂ ਦੀ ਮਦਦ ਕਰ ਸਕਣ। ਪਰ ਔਰਤ ਦੇ ਵੀ ਹੱਥ ਬੰਨੇ ਹੋਏ ਸੀ, ਜਿਸ ਕਾਰਨ ਉਸਨੇ ਆਪਣੇ ਮੂੰਹ ਤੇ ਦੰਦਾਂ ਦੀ ਸਹਾਇਤਾ ਦੇ ਨਾਲ ਉਹ ਰੱਸੀ ਖੋਲੀ ਅਤੇ ਰੱਸੀ ਖੋਲਣ ਦੇ ਨਾਲ ਕੁਝ ਨਿਸ਼ਾਨ ਤੇ ਰੰਗ ਉਸ ਦੇ ਮੂੰਹ ਦੇ ਉੱਤੇ ਲੱਗ ਗਏ। ਪਰ ਉੱਥੇ ਮੌਜੂਦ ਲੋਕਾਂ ਨੇ ਗਲਤ ਸੋਚ ਰੱਖ ਕੇ ਇਹ ਇਲਜ਼ਾਮ ਲਗਾਏ ਕਿ ਉਹ ਔਰਤ ਚਰਿੱਤਰਹੀਣ ਹੈ। ਗੁਰੂ ਨਾਨਕ ਸਾਹਿਬ ਨੂੰ ਉਹ ਲੋਕ ਇੰਡੀਅਨ ਸੰਤ ਕਹਿੰਦੇ ਸੀ ਤੇ ਮਰਦਾਨੇ ਨੂੰ ਉਹਨਾਂ ਦਾ ਸਹਾਇਕ ਮਜੀਸ਼ੀਅਨ ਕਿਹਾ ਜਾਂਦਾ ਸੀ ਤੇ ਲੋਕਾਂ ਨੇ ਤੋਹਮਤਾਂ ਲਗਾਉਣੀਆਂ ਸ਼ੁਰੂ ਕੀਤੀਆਂ ਕਿ ਉਸ ਔਰਤ ਤੇ ਇੰਡੀਅਨ ਸੰਤ ਦੇ ਵਿੱਚ ਕੋਈ ਸੰਬੰਧ ਹੈ ਤੇ ਲੋਕਾਂ ਨੇ ਉਸ ਔਰਤ ਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਤੇ ਉਸ ਔਰਤ ਦੇ ਪਤੀ ਨੇ ਵੀ ਉਸ ਦਾ ਸਾਥ ਛੱਡ ਦਿੱਤਾ। ਇਸ ਗੱਲ ਦਾ ਹਵਾਲਾ ਦ ਸਟੋਰੀ ਆਫ ਐਟਲਾਂਟਿਕ ਸਲੇਵ ਟ੍ਰੇਡ ਦਬਿਸਤਨੇ ਮਹਿਜ਼ੇਬ ਦੇ ਵਿੱਚ, ਜੋ ਕਿ ਮੌਹਸਿਨ ਫਾਨੀ ਦੀ ਲਿਖੀ ਗਈ ਕਿਤਾਬ ਹੈ, ਉਸ ਦੇ ਵਿੱਚ ਦਿੱਤਾ ਗਿਆ ਹੈ। ਹਾਰ ਕੇ ਉਹ ਔਰਤ ਗੁਰੂ ਨਾਨਕ ਸਾਹਿਬ ਦੇ ਕੋਲ ਆਈ ਤੇ ਰੋਣ ਲੱਗੀ ਕਿ ਮੈਂ ਤਾਂ ਪਰਮਾਤਮਾ ਦੇ ਰਾਸਤੇ ਉੱਤੇ ਚੱਲ ਕੇ ਤੁਹਾਡੀ ਸੇਵਾ ਕੀਤੀ ਸੀ ਤੇ ਮੇਰੀ ਸੇਵਾ ਦਾ ਫਲ ਕੁਝ ਹੋਰ ਹੀ ਮਿਲ ਰਿਹਾ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਇਹ ਕਲਯੁਗ ਦੀ ਹੀ ਆਵਾਜ਼ ਹੈ, ਪਰਮਾਤਮਾ ਆਪ ਹੀ ਭਲੀ ਕਰਨਗੇ। ਇਹ ਗੱਲ ਹਾਲੇ ਮੁੱਕੀ ਨਹੀਂ ਸੀ ਕਿ ਕਿਲੇ ਦੇ ਮੇਨ ਦਰਵਾਜ਼ੇ ਦੀ ਚਾਬੀ ਕਿਤੇ ਗੁੰਮ ਹੋ ਗਈ। ਵੱਡਾ ਦਰਵਾਜ਼ਾ ਸੀ, ਚਾਬੀ ਤੋਂ ਬਿਨਾਂ ਖੋਲ ਨਹੀਂ ਸਕਦਾ ਸੀ ਤੇ ਉਸ ਨੂੰ ਤੋੜਨਾ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ। ਚਾਬੀ ਨਹੀਂ ਲੱਭੀ, ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਿਸ ਦਾ ਮਨ ਸੱਚਾ ਹੈ ਉਹੀ ਇਸ ਦਰਵਾਜ਼ੇ ਨੂੰ ਖੋਲ ਸਕਦਾ ਹੈ ਤੇ ਉਹ ਔਰਤ ਜਿਸ ਨੂੰ ਤੁਸੀਂ ਗਾਲਾਂ ਕੱਢ ਰਹੇ ਹੋ, ਜੇਕਰ ਉਹ ਆਪਣੇ ਹੱਥ ਇਸ ਤਾਲੇ ਨੂੰ ਲਗਾਵੇਗੀ ਤਾਂ ਇਹ ਦਰਵਾਜ਼ਾ ਖੁੱਲ ਜਾਵੇਗਾ। ਪਰ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੀ ਗੱਲ ਨਹੀਂ ਮੰਨੀ। ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋਈਆਂ। ਲੋਕ, ਗੁਲਾਮ, ਸੈਨਿਕ ਤੇ ਘੋੜੇ ਪਾਣੀ ਦੀ ਕਮੀ ਦੇ ਨਾਲ ਪਰੇਸ਼ਾਨ ਹੋ ਰਹੇ ਸੀ। ਆਖਿਰ ਹਾਰ ਕੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੇ ਅੱਗੇ ਅਰਜ਼ੋਈ ਕੀਤੀ, ਤੁਸੀਂ ਹੀ ਹੁਣ ਇਸ ਮੁਸੀਬਤ ਦੇ ਵਿੱਚੋਂ ਸਾਨੂੰ ਕੱਢੋ। ਗੁਰੂ ਸਾਹਿਬ ਨੇ ਫਿਰ ਉਹੀ ਸ਼ਬਦ ਕਹੇ ਕਿ ਉਹ ਔਰਤ ਜੋ ਅੱਜ ਵੀ ਜੱਜ ਸਾਧ ਦੇ ਵਿੱਚ ਕਾਇਮ ਹੈ ਉਹੀ ਇਸ ਦਰਵਾਜ਼ੇ ਨੂੰ ਖੋਲ ਸਕਦੀ ਹੈ। ਪਰ ਲੋਕਾਂ ਨੇ ਫਿਰ ਉਸ ਔਰਤ ਨੂੰ ਗਾਲਾਂ ਹੀ ਕੱਢੀਆਂ। ਆਖਿਰ ਜਦੋਂ ਅੰਤ ਹੀ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਨੇ ਉਸ ਔਰਤ ਨੂੰ ਦਰਵਾਜ਼ਾ ਖੋਲ੍ਹਣ ਵਾਸਤੇ ਕਿਹਾ। ਔਰਤ ਦਰਵਾਜ਼ੇ ਦੇ ਵੱਲ ਵਧਣ ਲੱਗੀ ਤੇ ਲੋਕ ਉਸ ਦੇ ਉੱਪਰ ਹੱਸਦੇ ਰਹੇ ਤੇ ਉਸ ਨੂੰ ਗਾਲਾਂ ਕੱਢਦੇ ਰਹੇ। ਔਰਤ ਨੇ ਬਿਨਾਂ ਉਹਨਾਂ ਦੀਆਂ ਗੱਲਾਂ ਦੀ ਪਰਵਾਹ ਕੀਤੇ ਜਾ ਕੇ ਤਾਲੇ ਨੂੰ ਹੱਥ ਲਗਾਇਆ ਹੀ ਸੀ ਕਿ ਤਾਲਾ ਝੱਟ ਹੀ ਖੁੱਲ ਗਿਆ ਤੇ ਨਾਲ ਹੀ ਦਰਵਾਜ਼ਾ ਵੀ। ਇਹ ਦੇਖ ਕੇ ਹਰ ਕੋਈ ਉੱਥੇ ਹੈਰਾਨ ਹੋ ਗਿਆ ਤੇ ਉਸ ਔਰਤ ਦੇ ਪੈਰਾਂ ਦੇ ਵਿੱਚ ਡਿੱਗ ਪਿਆ। ਹੌਲੀ ਹੌਲੀ ਇਹ ਘਟਨਾ ਯੂਰਪ ਦੇ ਰਾਜੇ ਤੇ ਉਸ ਵੇਲੇ ਦੇ ਪੌਪ ਦੇ ਕੰਨਾਂ ਦੇ ਵਿੱਚ ਪਹੁੰਚੀ।
ਅਤੇ ਉਸ ਵੇਲੇ ਦੇ ਪੌਪ ਦੇ ਹੁਕਮ ਦੇ ਅਨੁਸਾਰ ਹੀ ਇਨਸਾਨਾਂ ਦਾ ਵਪਾਰ ਕੀਤਾ ਜਾ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਫਿਰ ਪੌਪ ਨੂੰ ਮਿਲਣ ਵਾਸਤੇ ਵੈਟੀਕਨ ਸਿਟੀ ਗਏ, ਜਿੱਥੇ ਉਹਨਾਂ ਦੇ ਨਾਲ ਮਾਰਟਿਨ ਲੂਥਰ ਵੀ ਸੀ, ਜੋ ਕਿ ਅਰਬੀ ਭਾਸ਼ਾ ਦਾ ਗਿਆਤਾ ਸੀ। ਉੱਥੇ ਉਸਨੇ ਪੌਪ ਤੇ ਗੁਰੂ ਨਾਨਕ ਸਾਹਿਬ ਦੀ ਗੱਲਬਾਤ ਨੂੰ ਟਰਾਂਸਲੇਟ ਕੀਤਾ ਗ੍ਰੀਕ ਭਾਸ਼ਾ ਤੋਂ ਅਰਬੀ ਭਾਸ਼ਾ ਦੇ ਵਿੱਚ, ਅਤੇ ਗੁਰੂ ਨਾਨਕ ਸਾਹਿਬ ਨੇ ਉਸ ਪੌਪ ਨੂੰ ਸੰਦੇਸ਼ ਦਿੱਤਾ ਕਿ ਸਾਰੀ ਮਨੁੱਖਤਾ ਇੱਕ ਬਰਾਬਰ ਹੈ। ਜਿਸ ਤੋਂ ਬਾਅਦ ਪੌਪ ਨੇ ਯੂਰਪ ਦੇ ਵਿੱਚ ਗੁਲਾਮ ਪ੍ਰਥਾ ਨੂੰ ਬਿਲਕੁਲ ਬੰਦ ਕਰ ਦਿੱਤਾ। ਇਸ ਗੱਲ ਦਾ ਹਵਾਲਾ 27 ਫਰਵਰੀ 2013 ਨੂੰ ਹੁਣ ਦੇ ਸਮੇਂ ਦੇ ਪੌਪ ਨੇ ਦਿੱਤਾ, ਅਤੇ ਨੈਸ਼ਨਲ ਐਨਸਾਈਕਲੋਪੀਡੀਆ ਜੋ ਕਿ 1920 ਦੇ ਵਿੱਚ ਰਿਲੀਜ਼ ਹੋਇਆ ਸੀ, ਉਸ ਦੇ ਵਿੱਚ ਵੀ ਇਸ ਗੱਲ ਦਾ ਹਵਾਲਾ ਦਿੱਤਾ ਗਿਆ ਹੈ। ਅਗਰ ਤੁਸੀਂ ਵੀ ਇਸ ਇਤਿਹਾਸ ਦੇ ਉੱਤੇ ਹਾਲੇ ਵੀ ਸ਼ੱਕ ਕਰਦੇ ਹੋ ਤਾਂ ਆਪਣੇ ਮੋਬਾਈਲ ਜਾਂ ਫਿਰ ਲੈਪਟਾਪ ਤੇ ਤੁਸੀਂ ਦ ਸਟੋਰੀ ਆਫ ਐਟਲਾਂਟਿਕ ਸਲੇਵ ਟ੍ਰੇਡ ਬਾਈ ਹਿਊਜ਼ ਥਾਮਸ ਟਾਈਪ ਕਰਕੇ ਪੜ੍ਹ ਸਕਦੇ ਹੋ। ਇਸ ਦੇ ਨਾਲ ਹੀ ਦ ਵੈਸਟਰਨ ਮਹਿਜ਼ਿਬ ਬਾਈ ਮੋਹਸਿਨ ਫਾਨੀ, ਗੁਰੂ ਨਾਨਕ ਸਾਹਿਬ ਇਨ ਦ ਆਈਸ ਆਫ ਨੌਨ ਸਿੱਖਸ ਬਾਈ ਸਰਬਜੀਤ ਸਿੰਘ ਬੱਲ ਅਤੇ ਨੈਸ਼ਨਲ ਐਨਸਾਈਕਲੋਪੀਡੀਆ 1920 ਇਸ ਇਤਿਹਾਸ ਦਾ ਹਵਾਲਾ ਭਰਦੇ ਹਨ, ਅਤੇ ਤੁਸੀਂ ਇਸ ਨੂੰ ਨੈੱਟ ਦੇ ਉੱਤੇ ਸਰਚ ਕਰਕੇ ਪੜ੍ਹ ਸਕਦੇ ਹੋ। ਸਪੇਨ ਦੇ ਵਿੱਚ ਉਹ ਕਿਲਾ ਅੱਜ ਵੀ ਮੌਜੂਦ ਹੈ, ਤੇ ਉਹਨਾਂ ਕਿਤਾਬਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਸਾਫ਼-ਸਾਫ਼ ਤਸਵੀਰਾਂ ਵੀ ਮਿਲਦੀਆਂ ਹਨ।